ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋੜੀ ਵਡੇਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਕ ਸੰਭਾਹੇ। ਸਾਈ ਕਰ ਕਮਾਵਣੀ ਤੁਰ ਛੋੜੀ ਤਿਨੈ ਪਾਏ, ਨਾਨਕ ਏਕੀ ਬਾਰੀ ਹੋਰ ਦੂਜੀ ਨਾਈ ਜਾਏ। ਸੋ ਕਰ ਜੇ ਤਿਸੈ ਰਜ਼ਾਏ, ਸੋ ਕਰੇ ਜੇ ਤਿਸੈ ਰਜ਼ਾਏ। ਸੁਧ ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਦ ਆਵੈ ਹਾਏ। ਸਭ ਥਾਈ ਹੋਏ ਸਹਾਏ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਰਾਮ ਕਲੀ ਮਹੱਲਾ ਤੀਜਾ, ਆਨੰਦ ਕੋ ਓੰਕਾਰ। सतगुरु प्रसाद आनंद भया मेरी माए, सतगुरु मैं पाया। पाया सिद्धि मन वधिया वधाया, नाग रतन परवार परिया शब्द गावन आईया। गावो हरि केरा मन जनी वसाया। कह नानक आनंद हुआ सतगुरु मैं पाया। मन मेरे तुसदारो हर नाले, हर नाल रहो तू मन मेरे दुख सब विसारना। कर कर तेरा कर सब सवारना। नागला सम्राट स्वामी सो क्यों मनु विसारे। नानक मन मेरे सुधारो हर नाले, साचे साहेबा क्या नहीं घर तेरे। करता तेरा सब कुछ है जिसते सो पावे। सदा सिर्फ सलाह तेरी नाम मन बसावे। जिनका मन वसिया वाजे शब्द मेरे। कह नानक सच्चे साहिब क्या नहीं घर तेरा। सच्चा नाम मेरा आधारो, नाम आधार मेरा जितना सब गवाइया। साल सुख मन आवया जिन इच्छा सब पुजाइया। मानिक तादुर बटों जितिया बड़ाइया। कह नानक सुनो संतो शब्द रो प्यारो। सच्चा नाम मेरा आधारो वाजे शब्द कर सुपा सार सुबह गए शब्द वाजे कालाज करतारिया। दूत दवास भी काल कटक मारिया। करम पाया तू जिनको से नाम हर के लागे। नानक कसको कर आनंद वाजे। अनंत सनोबड़ भागियो सगल मनोरथ पूरे। पाया तेरे सगल सूरे। गुरु संता पुत्रे सुनी सच्ची बाणी। साधन पे सबसे पूरे गुरते जान। सुनते पुनीत कहते पवित्र सतगुरु रहया भरपूरे। बिनवंत नान गुर चरण लागे वाजे। श्लोक पवन गुरु पाणी पिता माता धरत महत। दिवस रात दोय दाई दाया। खिले सगल जगत चंगियाइया बुरियाइया। वाचे धर्म हदूर करमी आपो अपनी। के नेड़े के दूर जिनी नाम थे आया। गए मशक्कत काल नानक ते मुख उजले। केती छुटी नाल। वाहिगुरु जी का खालसा, वाहिगुरु जी की फतेह। हम भीखक भिखारी तेरे। हम भीखक भिखारी तेरे। तू निज पत है दाता। हो दयाल नाम देओ मंगत जन को। सदा रहो रंग राता। हम बलिहारा जाऊं साचे तेरे नाम विटू। करण कारण सबना का एको। अवर न दूजा कोई। बहुते फेर पे किरपन को। अब किछु कृपा कीजै।
ਹੋ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀਜੈ ਭਨਤ ਨਾਨਕ ਭਰਮ ਪਟ ਖੂਲੇ ਗੁਰ ਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਭੀਤਰ ਸਤਿਗੁਰ ਸਿਉ ਮਨ ਮਾਨਿਆ ਬਹੁਤੇ ਫੇਰ ਪਏ ਕਿਰਪਨ ਕੋ ਆਪ ਕਿਛੁ ਕਿਰਪਾ ਕੀਜੈ ਹੋ ਦਇਆਲ ਦਰਸ਼ਨ ਦੇਓ ਆਪਣਾ ਹੋ ਦਇਆਲ ਦਰਸ਼ਨ ਦੇਓ ਆਪਣਾ ਐਸੀ ਬਖਸ਼ ਕਰੀਜੈ ਸੋ ਕਹੋ ਟਲ ਗੁਰ ਸੇਵੀਐ ਐਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੈਸਾ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੈਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਪਾਈ ਵਿਛੜ ਚੋਟਾਂ ਖਾਵੈ ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ ਫਿਰ ਪਛਤਾਵੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣੇ ਭਾਣੇ ਜੋ ਚੱਲੈ ਪਾਈ ਵਿਛੜ ਚੋਟਾਂ ਖਾਵੈ ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ ਫਿਰ ਪਛਤਾਵੈ ਹਾਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ ਆਪੇ ਮੇਲ ਮਿਲਾਈ
ਰਹਾਉ। ਇਹੋ ਕੁਟੰਬ ਸਭ ਜੀ ਕੇ ਬੰਧਨ ਭਾਈ, ਭਰਮ ਭੁੱਲਾ ਸੰਸਾਰਾ। ਬਿਨ ਗੁਰ ਬੰਧਨ ਟੂਟਹਿ ਨਾਹੀ, ਗੁਰਮੁਖ ਮੋਖ ਦੁਆਰਾ। ਕਰਮ ਕਰਹਿ ਗੁਰ ਸ਼ਬਦ ਨਾ ਪਛਾਣ ਹੈ, ਮਰ ਜਨਮ ਹੈ ਵਾਰੋ ਵਾਰਾ। ਹਾਂ ਮੇਰਾ ਜਗ ਪਲਚ ਰਹਿਆ ਭਾਈ, ਕੋਏ ਨਾ ਕਿਸਹੀ ਕੇਰਾ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਐਥੈ ਬੂਝੈ ਸੋ ਆਪ ਪਛਾਣੈ, ਹਰ ਪ੍ਰਭ ਹੈ ਤਿਸ ਕੇਰਾ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਉ ਤੇਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾ ਕਿਆ ਪਾਈਐ। ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਉ ਤੇਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਸੁਹੇਲੇ ਪਾਈ ਹਰ ਕੇ ਦਾਸ, ਸੁਹੇਲੇ ਭਾਈ। ਦਾਸ ਸੁਹੇਲੇ ਪਾਈ ਹਰ ਕੇ ਦਾਸ, ਸੁਹੇਲੇ ਪਾਈ। ਹਰ ਕੇ ਦਾਸ ਸੁਹੇਲੇ ਭਾਈ, ਹਰ ਕੇ ਦਾਸ ਸੁਹੇਲੇ ਭਾਈ। ਹਰ ਕੇ ਦਾਸ ਸੁਹੇਲੇ ਪਾਈ, ਹਰ ਕੇ ਦਾਸ ਸੁਹੇਲੇ ਪਾਈ। ਜਨਮ ਜਨਮ ਕੇ ਕਿਲ ਬਿਖ ਦੁਖ ਕਾਟੈ, ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ। ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ, ਜਨਮ ਜਨਮ ਕੇ ਕਿਲ ਬਿਖ ਦੁਖ ਕਾਟੇ। ਆਪੇ ਮੇਲ ਮਿਲਾਈ, ਆਪੇ ਮੇਲ ਮਿਲਾਈ। ਆਪੇ ਮੇਲ ਮਿਲਾਈ, ਆਪੇ ਮੇਲ ਮਿਲਾਈ। ਹਰ ਕੇ ਦਾਸ ਸੁਹੇਲੇ ਭਾਈ, ਹਰ ਕੇ
ਦਾਸ ਸੁਹੇਲੇ ਭਾਈ ਹਰ ਕੇ ਦਾਸ ਸੁਹੇਲੇ ਪਾਈ, ਹਰ ਕੇ ਦਾਸ ਸੁਹੇਲੇ ਪਾਈ। ਖੰਡਾਂ ਬ੍ਰਹਮੰਡਾਂ ਦੇ ਸੁਆਮੀ ਪਾਤਸ਼ਾਹ, ਲੋਕ ਪਰਲੋਕ ਦੇ ਸੁੱਖਾਂ ਦੇ ਦਾਤੇ, ਦਸਾਂ ਪਾਤਸ਼ਾਹੀਆਂ ਦੀ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨਾਂ ਦੇ ਪਾਵਨ ਚਰਨਾਂ ਵਿੱਚ, ਹਜ਼ੂਰ ਦੇ ਪਵਿੱਤਰ ਦਰਬਾਰ ਵਿੱਚ ਮਹਾਨ ਪਰਉਪਕਾਰੀ ਸ਼ਹੀਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਸਥਾਨ ਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ, ਜਿਤਨੇ ਵੀ ਪ੍ਰੇਮੀ ਗੁਰਸਿੱਖ ਸੰਗਤਾਂ ਇਸ ਵੇਲੇ ਆਣ ਜੁੜ ਬੈਠੇ ਹੋ, ਜਾਂ ਟੈਲੀਵਿਜ਼ਨ ਦੇ ਰਾਹੀਂ ਦੂਰ ਦੁਰਾਡੇ ਆਪੋ ਆਪਣੀ ਥਾਈਂ ਇਸ ਵੇਲੇ ਜੁੜੇ ਹੋਏ ਉਹ ਸੁਰਤੀ ਕਰਕੇ ਸਭਨਾਂ ਨੂੰ ਜੀ ਆਇਆ। ਬਿਨ ਭਾਗਾਂ ਕਿਆ ਪਾਈਐ, ਗੁਰੂ ਪਰਮੇਸ਼ਰ ਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ, ਫਿਰ ਇਹ ਸੁਭਾਗ ਪ੍ਰਾਪਤ ਹੁੰਦਾ ਹੈ। ਸਰੀਰ ਤੰਦਰੁਸਤ ਹੋਵੇ, ਅੰਮ੍ਰਿਤ ਵੇਲੇ ਜਾਗਿਆ ਜਾਂਦਾ ਹੈ। ਇਸ਼ਨਾਨ ਪਾਨ ਕਿਰਿਆ ਸੋਧਨ ਤੋਂ ਬਾਅਦ ਗੁਰੂ ਮੰਤਰ ਦਾ ਅਭਿਆਸ, ਪਵਿੱਤਰ ਗੁਰਬਾਣੀ ਦਾ ਪਾਠ ਨਿਤਨੇਮ ਕਰਕੇ ਫਿਰ ਗੁਰੂ ਕਾ ਸਿੱਖ ਸੰਗਤ ਵਿੱਚ ਆਣ ਜੁੜ ਬੈਠਦਾ ਹੈ। ਔਰ ਇਹ ਵੱਡੇ ਭਾਗਾਂ ਤੋਂ ਬਿਨਾਂ, ਉਸ ਦੀ ਬਖਸ਼ਿਸ਼ ਤੋਂ ਬਿਨਾਂ ਸੰਭਵ ਨਹੀਂ ਹੈ। ਆਪ ਸਮੂਹ ਗੁਰਸਿੱਖ ਮਾਈ ਭਾਈ ਬਹੁਤ ਭਾਗਸ਼ੀਲ ਹੋ, ਔਰ ਮੈਂ ਐਸਾ ਪ੍ਰਤੀਤ ਕਰਦਾ ਕਿ ਤੁਹਾਡੇ ਦਰਮਿਆਨ ਬੈਠ ਕੇ ਸ਼ਬਦ ਦੀ ਵਿਚਾਰ ਕਰਨ ਵਾਸਤੇ ਇਹ ਅਵਸਰ ਪ੍ਰਾਪਤ ਹੋ ਜਾਣਾ ਵੀ ਵੱਡੇ ਭਾਗਾਂ ਦੀ ਬਾਤ ਹੈ। ਮੈਂ ਕੋਟਾਨ ਕੋਟ ਸ਼ੁਕਰਗੁਜ਼ਾਰ ਹਾਂ ਸ਼੍ਰੀ ਅਕਾਲ ਪੁਰਖ ਸਾਹਿਬ ਦਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀਆਂ ਗੁਰੂ ਰੂਪ ਸੰਗਤਾਂ ਦਾ, ਮਾਨਯੋਗ ਹੈਡ ਗ੍ਰੰਥੀ ਸਾਹਿਬਾਨ ਗਿਆਨੀ ਪ੍ਰਣਾਮ ਸਿੰਘ ਜੀ, ਮੇਰੇ ਵੀਰ ਗਿਆਨੀ ਪ੍ਰਤਪਾਲ ਸਿੰਘ ਜੀ ਜੋ ਬਹੁਤ ਆਲਮ ਨੇ, ਵਿਦਵਾਨ ਨੇ, ਸਭਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਗੋਡਾ ਉਠਾ ਕੇ ਮੈਨੂੰ ਆਪਣੇ ਪਾਸ ਬਿਠਾਇਆ ਔਰ ਤੁਰੇ ਜਾਂਦਿਆਂ ਨੂੰ ਆਪ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ। ਸਭਨਾਂ ਦਾ ਧੰਨਵਾਦ। ਮਾਨਯੋਗ ਗਿਆਨੀ ਗੁਲਵਿੰਦਰ ਸਿੰਘ ਜੀ ਹੋਰਾਂ ਨੇ ਬਹੁਤ ਸੁੰਦਰ ਢੰਗ ਦੇ ਨਾਲ ਸਾਹਿਬ ਜੀ ਦਾ ਉਹ ਪਵਿੱਤਰ ਫਰਮਾਨ ਫਿਰ ਸਾਨੂੰ ਸਰਵਣ ਕਰਵਾਇਆ। ਜੇ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ, ਜਿਸ ਵੇਲੇ ਆਪ ਜੀ ਇਸ ਪਵਿੱਤਰ ਅਸਥਾਨ ਤੇ ਆ ਕੇ ਸੁਭਾਇਮਾਨ ਹੋਏ, ਪ੍ਰਕਾਸ਼ਮਾਨ ਹੋਏ, ਸਤਿਗੁਰੂ ਜੀ ਦਾ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ ਸੋਰਠ ਰਾਗ ਵਿੱਚ 4 ਪਦਾਂ ਤੇ ਆਧਾਰਿਤ ਇਹ ਪਵਿੱਤਰ ਸ਼ਬਦ ਹੈ ਜੋ 601 ਤੋਂ ਸ਼ੁਰੂ ਹੁੰਦਾ ਹੈ, 602 ਤੇ ਸੰਪੂਰਨ ਹੁੰਦਾ ਹੈ। ਹਰ ਪਦ ਦੀਆਂ 3-3 ਤੁਕਾਂ ਨੇ ਔਰ ਰਹਾਉ ਦੀਆਂ ਤੁਕਾਂ ਜੁਦਾ। ਰਹਾਉ ਦੀਆਂ ਤੁਕਾਂ ਜਿਹੜੀਆਂ ਨੇ ਵਿਦਵਾਨ ਸੱਜਣਾਂ ਦਾ ਜਿਵੇਂ ਕਥਨ ਹੈ, ਇਹ ਸ਼ਬਦ ਦਾ ਕੇਂਦਰੀ ਭਾਵ ਹੋਇਆ ਕਰਦੀਆਂ ਨੇ, ਜਿਹੜੀਆਂ ਅਸਾਂ ਨੇ ਦੁਹਰਾਉਣ ਦਾ ਯਤਨ ਕੀਤਾ ਤਾਂ ਕਿ ਸ਼ਬਦ ਦਾ ਕੇਂਦਰੀ ਭਾਵ ਸਾਡੀ ਸਮਝ ਵਿੱਚ ਆ ਜਾਏ, ਸਾਡੀ ਸੁਰਤੀ ਵਿੱਚ ਬੈਠ ਜਾਏ ਤੇ ਸ਼ਬਦ ਸਮਝਣਾ ਸਾਡੇ ਲਈ ਸੌਖਾ ਹੋ ਜਾਏ ਕਿ ਸਤਿਗੁਰਾਂ ਨੇ ਅੱਜ ਸਾਨੂੰ ਕੀ ਉਪਦੇਸ਼ ਬਖਸ਼ਿਆ ਹੈ।
ਹਰਿ ਕੇ ਦਾਸ ਸੁਹੇਲੇ ਭਾਈ। ਧੰਨ ਗੁਰੂ ਅਮਰਦਾਸ ਸਾਹਿਬ, ਗੁਰੂ ਬਾਬਾ ਜੀ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਠ, ਨਿਪਤਿਆਂ ਦੀ ਪਤ, ਨਿਗਤਿਆਂ ਦੀ ਗਤ, ਨਿਤਰਿਆਂ ਦੀ ਧਿਰ, ਨਿਥਾਵਿਆਂ ਦੇ ਥਾਮ, ਬੇਕਸਾਂ ਰਾ ਯਾਰ। ਵਾਹਿਗੁਰੂ, ਬੇਕਸਾਂ ਰਾ ਯਾਰ, ਇਸ ਦਾ ਹੋਰ ਕੋਈ ਨਹੀਂ, ਉਹਨਾਂ ਦਾ ਯਾਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਆਪਣੇ ਕੋਲ ਆ ਕੇ ਬੈਠਿਆਂ ਨੂੰ ਸਾਰਿਆਂ ਨੂੰ ਸਮਝਾਉਂਦੇ ਨੇ, ਭਾਈ ਹਰਿ ਕੇ ਦਾਸ ਸੁਹੇਲੇ। ਸੁਹੇਲੇ ਨਾਮ ਹੈ ਸੁਖੀ ਦਾ। ਸੁਖੀ ਹਨ ਉਹ ਜਿਹੜੇ ਹਰੀ ਦੇ ਦਾਸ ਬਣਦੇ ਨੇ। ਦਾਸ ਜਨਮ ਜਨਮ ਕੇ ਕਿਲਬਿਖ ਦੁੱਖ ਕਾਟੇ, ਹਰੀ ਕਿਰਪਾ ਕਰਦਾ ਹੈ। ਜਿਹੜੇ ਦਾਸ ਬਣਦੇ ਨੇ, ਜਨਮਾਂ ਜਨਮਾਂਤਰਾਂ ਦੇ ਉਹਨਾਂ ਦੇ ਪਾਪਾਂ ਦੇ ਦੁੱਖ ਕੱਟ ਦਿੰਦਾ ਹੈ। ਜਨਮਾਂ ਜਨਮਾਂਤਰਾਂ ਦੇ ਆਪੇ ਮੇਲ ਮਿਲਾਈ। ਹੁਣ ਆਪੇ ਮੇਲ ਮਿਲਾਈ ਤੋਂ ਭਾਵ ਹੈ ਆਪ ਕਿਰਪਾ ਕਰਕੇ ਮਿਲਾ ਲੈਂਦਾ ਹੈ, ਲੇਕਿਨ ਭਾਵ ਹੈ ਆਪੇ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਨਾਲ ਅਭੇਦ ਕਰ ਲੈਂਦਾ ਹੈ। ਇਹ ਕਹਿਣ ਦਾ ਕੀ ਭਾਵ ਹੈ? ਮੈਂ ਹੱਥ ਜੋੜ ਕੇ ਆਖਦਾ, ਗੁਰੂ ਕੀਆਂ ਗੁਰੂ ਜਾਣਨ। ਸਾਨੂੰ ਪਤਾ ਨਹੀਂ ਲੱਗਦਾ। बड़े बड़े गुरु के लाल, गुरु के सिख अध्यात्मक रंगन विच रंगे होए, बहुत बहुत बातां जानते ने ते करते ने, लेकिन सानू सतगुरां ने समझाया है ते फरमाया है नहीं, मत सोचना मत समझना कदी कि जो कुछ मैं सोच लिया है, मैं समझ लिया है, बस यही अंतिम सच है। नहीं, वही जानते हैं। ऐसा मैं प्रतीत करदा हां इस पावन शब्द विच इउं जो वचन कीता पातशाह ने, आपे मेल मिलाई, वो आप ही अपने नाल अभेद कर लेंदा है। किन्हां नूं? ये पहली पंक्ति विच आखिया, हर के दास सुहेले भाई, जिहड़े हरि दे दास ने। दास किसनूं कहंदे हां असीं? हुण असीं ना अक्सर एक दूसरे दे प्रति अपना सत्कार प्रगट करदे होए असीं कहंदे मैं तुहाडा दास हां। चलो ठीक है, पर दास तो भाव की हुंदा है? दास दा भाव है, दास तो भाव है वो सेवक जिहड़ा कदी भी सेवा तो मूँह नहीं मोड़दा, कुछ मिलदा होवे ना मिले, खुशी होवे ना होवे, धुप होवे छां होवे, कुछ भी होवे, कैसी भी अवस्था होवे, जिहड़ा हर समय हाजिर है सेवा दे वास्ते, जिहड़ा हर समय हाजिर है बचन दी पालना करन दे वास्ते, उसनूं आखिया गया दास। इउं जापदा है भाषाई प्रभाव होया करदे ने शब्दां ते, पर सतगुरां दी गोद विच बैठा होया मैं ऐसा प्रतीत करदा, साडी आम बोल चाल दा शब्द सेवक ते गुलाम, भावें फारसी दा शब्द है, पर फिर भी असी समझते हाँ गुलाम की हुंदा है, जिसनूं कहंदे ने
ਸਲੇਵ। ਜਿਹੜਾ ਸੇਵਕ ਹੁੰਦਾ ਹੈ ਨਾ, ਸੇਵਾ ਵਿੱਚ ਰਹੇ ਨਾ ਰਹੇ, ਮਰਜ਼ੀ ਛੱਡ ਜਾਵੇ, ਮਾਲਕ ਰੱਖ ਲਵੇ ਮਾਲਕ ਕੱਢ ਦੇਵੇ। ਲੇਕਿਨ ਇਸ ਦੇ ਆਪੋਜ਼ਿਟ ਹੈ, ਵਿਰੋਧ ਵਿੱਚ ਹੈ ਸ਼ਬਦ ਗੁਲਾਮ, ਜਿਸ ਨੂੰ ਗੋਲਾ ਵੀ ਸ਼ਬਦ ਵਰਤਿਆ ਸਤਿਗੁਰਾਂ ਨੇ। ਗੁਲਾਮ ਸ਼ਬਦ ਜਿਹੜਾ ਹੈ ਨਾ, ਇਸ ਦਾ ਭਾਵ ਹੈ ਜਿਹੜਾ ਹਰ ਅਵਸਥਾ ਦੇ ਵਿੱਚ ਨਾਲ ਰਹਿੰਦਾ ਹੈ, ਛੱਡ ਕੇ ਜਾ ਹੀ ਨਹੀਂ ਸਕਦਾ, ਖਰੀਦ ਲਿਆ। ਗੁਰੂ ਨਾਨਕ ਸਾਹਿਬ ਜੀ ਨੇ ਬੜੀ ਸੁੰਦਰ ਵਿਆਖਿਆ ਕੀਤੀ, ਮੁੱਲ ਖਰੀਦੀ ਲਾਲਾ ਗੋਲਾ। ਜਿਹੜਾ ਮੁੱਲ ਖਰੀਦਿਆ ਗਿਆ, ਜਾਣਾ ਕਿੱਥੇ ਛੱਡ ਕੇ ਉਸਨੇ। ਔਰ ਇਹਨਾਂ ਦੋਵਾਂ ਸ਼ਬਦਾਂ ਦੇ ਨਾਂ ਵਿਚਕਾਰ ਮੈਨੂੰ ਸ਼ਬਦ ਦਾਸ ਦੀ ਛਾਇਆ ਪ੍ਰਤੀਤ ਹੁੰਦੀ ਹੈ। ਸੇਵਾ ਕਰਦਾ ਹੈ, ਬੰਦਸ਼ ਨਹੀਂ ਕੋਈ, ਗੁਲਾਮ ਲਈ ਬੰਦਸ਼ ਹੈ ਬਈ ਉਹ ਖਰੀਦਿਆ ਗਿਆ, ਜਾ ਹੀ ਨਹੀਂ ਸਕਦਾ ਕਿਤੇ, ਉਹਦੀ ਮਰਜ਼ੀ ਖਤਮ। ਲੇਕਿਨ ਦਾਸ ਹੈ, ਉਸ ਮਰਜ਼ੀ ਦਾ ਸਵਾਧੀਨ ਹੈ ਉਹ, ਪਰ ਛੱਡ ਕੇ ਨਹੀਂ ਜਾਂਦਾ। ਵਾਹਿਗੁਰੂ ਛੱਡ ਕੇ ਨਹੀਂ ਜਾਂਦਾ। ਜੇ ਸੁਖ ਦੇਹ ਤਾਂ ਤੁਝੇ ਅਰਾਧੀ, ਦੁੱਖ ਵੀ ਬੋਲੋ ਸਾਰੇ, ਦੁੱਖ ਵੀ ਤੁਝੇ ਧਿਆਨੀ। ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਮੈਨੂੰ ਐਸਾ ਪ੍ਰਤੀਤ ਹੁੰਦਾ ਹੈ। ਜਿਹੜਾ ਅੱਜ ਦਾਸ ਹੈ ਨਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਫਿਰ ਕਹਿੰਦੇ ਨੇ, ਉਹ ਸਦਾ ਸੁਖੀ ਰਹਿੰਦਾ ਹੈ, ਸਦਾ। ਔਰ ਇੰਨਾ ਸੁਖੀ ਹੁੰਦਾ ਹੈ, ਆਪੇ ਮੇਲ ਮਿਲਾਈ ਅੱਜ ਦੇ ਦਾਸਾਂ ਨੂੰ ਆਉਣ ਵਾਲੇ ਭਲਕ ਪਰਮੇਸ਼ਰ ਆਪਣੇ ਨਾਲ ਮਿਲਾ ਲੈਂਦਾ ਹੈ, ਆਪਣੇ ਵਰਗਾ ਕਰ ਲੈਂਦਾ ਹੈ, ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਮੈਂ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ, ਆਪ ਰੋਜ਼ਾਨਾ ਸੁਣਨ ਵਾਲੇ, ਸਤਿਗੁਰਾਂ ਦੇ ਪਾਸ ਚੌਂਕੜੇ ਲਗਾ ਕੇ ਬੈਠਣ ਵਾਲੇ, ਜੁੜਨ ਵਾਲੇ, ਤਤ ਬੇਤਾ ਹੋ ਸਾਰੇ। ਮੇਰੇ ਪਾਸੋਂ ਵਿਚਾਰ ਕਰਦਿਆਂ ਹੋਇਆਂ ਕੋਈ ਅਣਉਚਿਤ ਸ਼ਬਦ ਵਰਤਿਆ ਜਾਵੇ ਤੇ ਮੈਨੂੰ ਖਿਮਾ ਕਰ ਦਿਓ ਜੇ, ਤੇ ਮੈਨੂੰ ਕਰੈਕਟ ਵੀ ਕਰਿਓ ਜੇ। ਪਰ ਮੈਨੂੰ ਐਸਾ ਹੀ ਪ੍ਰਤੀਤ ਹੁੰਦਾ ਹੈ, ਜਿਹੜਾ ਕਦੀ ਨਾ ਹਰੀ ਦੇ ਸਨਮੁਖ, ਵਾਹਿਗੁਰੂ ਜੀ ਦੇ ਸਨਮੁਖ, ਕਰਤਾਰ ਦੇ ਸਨਮੁਖ ਆਪਾਂ ਨਿਵਰਤ ਕਰ ਦਿੰਦਾ ਹੈ, ਤੇ ਹਰ ਵੇਲੇ ਉਹ ਵੀ ਸੇਵ ਕਰੇ। ਕਦੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਬਚਨ ਵਰਤਿਆ ਸੀ, ਉਹ ਵੀ ਹੁੰਦੀ ਹੈ ਖੜੋਤੀ ਹੋਈ, ਸਾਵਧਾਨ ਹੋਈ, ਹਰ ਵੇਲੇ ਸਾਵਧਾਨ, ਹਰ ਵੇਲੇ ਸਾਵਧਾਨ, ਆਲ ਦਾ ਟਾਈਮ, ਆਗਿਆ ਪਾਲਣ ਵਾਸਤੇ। ਉਹ ਫਿਰ ਇਸ ਅਵਸਥਾ ਤੇ ਪ੍ਰਾਪਤ ਕਰ ਜਾਂਦੀ ਹੈ, ਆਪੇ ਮੇਲ ਮਿਲਾਏ। ਹੁਣੇ ਭਾਈ ਸਾਹਿਬ ਜੀ ਕੀਰਤਨ ਕਰ ਰਹੇ ਸਨ, ਭਾਈ ਹਰਕੀਰਤ ਸਿੰਘ ਜੀ। ਆਸਾ ਕੀ ਵਾਰ ਅਸੀਂ ਰੋਜ਼ ਸੁਣਦੇ ਹਾਂ, ਨਹੀਂ ਸੁਣਦੇ ਤੇ ਸਾਨੂੰ ਸੁਣਨੀ ਚਾਹੀਦੀ ਹੈ। ਹੁਣ ਮੈਂ ਅਗਲਾ ਵਾਕ ਆਪਣੀ ਮਰਜ਼ੀ ਨਾਲ ਕਹਿਣ ਲੱਗਾ ਕਿ ਅਸੀਂ ਕਿਰਤ ਵਿਰਤ ਕਰਨ ਵਾਲੇ ਕਿਸੇ ਕਾਰਨ ਵਾਰ ਨਹੀਂ ਵੀ ਸੁਣ ਸਕਦੇ ਨਾ, ਤੇ ਚਲੋ ਸਤਿਗੁਰੂ ਮਹਾਰਾਜ ਜਾਣਦੇ ਨੇ ਸਾਡੀਆਂ ਮਜਬੂਰੀਆਂ ਨੂੰ, ਬਹਾਨਾ ਨਾ ਬਣਾਓ। ਪਰ ਜੇ ਮਜਬੂਰੀ ਹੋ ਜਾਵੇ ਨਾ, ਜਿਹੜੇ ਕੀਰਤਨ ਆਸਾ ਕੀ ਵਾਰ ਨਹੀਂ ਸੁਣ ਸਕਦੇ ਨਾ, ਉਹ ਆਸਾ ਕੀ ਵਾਰ ਦਾ ਪਾਠ ਕਰ ਲਿਆ ਕਰਨ। ਇਹ ਮੈਂ ਆਪਣੇ ਵੱਲੋਂ ਕਹਿ ਰਿਹਾ, ਤਜਵੀਜ਼ ਕਰ ਰਿਹਾ। ਵੈਸੇ ਸਤਿਗੁਰਾਂ ਨੇ ਸਿੱਖ ਦਾ ਨਿਤਨੇਮ ਠਹਿਰਾਇਆ ਹੈ, ਜਿਵੇਂ ਅਸੀਂ ਪਹਿਲਾਂ ਗੱਲ ਨੂੰ ਵਿਚਾਰਿਆ, ਪ੍ਰਭਾਤੇ ਜਾਗਣਾ, ਸਰੀਰਕ ਕਿਰਿਆ ਸੋਧ ਕੇ, ਫਿਰ ਗੁਰੂ ਮੰਤਰ ਦਾ ਅਭਿਆਸ ਕਰਨਾ, ਗੁਰਬਾਣੀ ਪੜ੍ਹਨੀ ਪਿਆਰ ਦੇ ਨਾਲ, ਫਿਰ ਸੰਗਤ ਵਿੱਚ ਆ ਕੇ ਜੁੜਨਾ। ਤੇ ਸੰਗਤ ਵਿੱਚ ਜੁੜ ਕੇ ਕੀ ਕਰਨਾ? ਸਭ ਤੋਂ ਪਹਿਲਾਂ
ਸਾਡੇ ਅੰਮ੍ਰਿਤ ਵੇਲੇ ਦਾ ਨੇਮ ਹੈ ਆਸਾ ਕੀ ਵਾਰ ਸ਼ਰਵਣ ਕਰਨਾ। ਮੈਂ ਕੀ ਕਹਿਣ ਜਾ ਰਿਹਾ ਸਾਂ, ਅਖੀਰ ਵਿੱਚ ਨਾ ਇੱਕ ਛੰਤ ਜਿਸ ਦੇ 4 ਪਦ ਨੇ, 4 ਚਰਨ ਨੇ, ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦਾ ਆਖਿਆ ਹੋਇਆ ਛੰਤ। ਐਸੀ ਪਰੰਪਰਾ ਹੈ ਕਿ ਇਹ ਛੰਤ ਆਸਾ ਕੀ ਵਾਰ ਹਰੇਕ ਪੌੜੀ ਦੇ ਨਾਲ ਸ਼ਲੋਕਾਂ ਸਹਿਤ ਆਰੰਭ ਕਰਨ ਤੋਂ ਪਹਿਲਾਂ ਇੱਕ ਹਿੱਸਾ ਜਿਹੜਾ ਸੀ ਨਾ, ਇਹ ਗਾਉਣ ਦੀ ਪਰੰਪਰਾ 5ਵੇਂ ਪਾਤਸ਼ਾਹ ਨੇ ਸ਼ੁਰੂ ਕੀਤੀ। ਐਸਾ ਮੈਂ ਨਾ ਪ੍ਰਤੀਤ ਕਰਦਾ, ਮੇਰੀ ਸਮਝ ਵਿੱਚ ਗੱਲ ਆਈ ਹੈ। ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਨੇ ਆਖਿਆ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮ ਦ੍ਰਿੜਾਵੈ। ਵਾਹਿਗੁਰੂ। ਜਿਹੜੇ ਸਤਿਗੁਰਾਂ ਕੋਲ ਆਉਂਦੇ ਨੇ, ਸਤਿਗੁਰੂ ਦੀ ਕਿਰਪਾ ਕਰਕੇ ਕਰਤਾਰ ਨਾਲ ਜੋੜਦੇ ਨੇ, ਫਿਰ ਕੀ ਹੁੰਦਾ ਹੈ? ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰਿ ਹਰਿ ਨਾਮ ਤੇ ਆਵੈ। ਸੁਹੇਲੇ ਦੇਖੋ ਕਿਵੇਂ ਹੁੰਦੇ ਨੇ। ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰਿ ਨਾਮ ਤੇ ਆਵੈ। ਫਿਰ ਕਹਿੰਦੇ ਨੇ ਜੋ ਹਰ ਹਰ ਨਾਮ ਤੇ ਆਏਂਦੇ ਤਿੰਨ ਜਮ ਨੇੜ ਨਾ ਆਵੈ। ਅਗਲਾ ਬਚਨ, ਜਿਨੀ ਗੁਰਮੁਖ ਨਾਮ ਤੇ ਆਇਆ ਤਿੰਨਾ ਫਿਰ ਬਿਗਨ ਨਾ ਹੋਈ। ਰਾਮ ਰਾਜੇ ਜਿਨੀ ਸਤਿਗੁਰ ਪੁਰਖ ਮਨਾਇਆ ਤਿਨ ਪੂਜੇ ਸਭ ਕੋਈ। ਬੱਲੇ ਬੱਲੇ। ਦੇਖੋ, ਜਿਨ ਸਤਿਗੁਰ ਪੁਰਖ ਮਨਾਇਆ, ਜਿਨ੍ਹਾਂ ਨੇ ਸਤਿਗੁਰਾਂ ਪੁਰਖ ਦੇ ਬਚਨਾਂ ਨੂੰ ਮੰਨਿਆ, ਤਿਨ ਪੂਜੇ ਸਭ ਕੋਈ। ਜਿਨ ਸਤਿਗੁਰੂ ਪਿਆਰਾ ਸੇਵਿਆ ਤਿੰਨਾ ਸੁਖ ਸਾਧ ਹੋਈ। ਹਰ ਕੇ ਦਾਸ ਸੁਹੇਲੇ। ਫਿਰ ਕੀ ਆਖਿਆ? ਜਿਨ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰਖਣ ਹਾਰਾ। ਰਾਮ ਰਾਜੇ ਤਿਨ ਕੀ ਨਿੰਦਾ ਕੋਈ ਕਿਆ ਕਰੇ। ਵਾਹ! ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ। ਜਿਨ ਹਰਿ ਨਾਮ ਪਿਆਰਾ, ਜਿਨ ਹਰ ਸੇਤੀ ਮਨ ਮਾਨਿਆ, ਸਭ ਦੁਸ਼ਟ ਚੱਖ ਮਾਰਾ। ਲੋ ਤੁਰੇ ਫਿਰਨ ਜਿਹੜੇ ਤੁਰੇ ਫਿਰਦੇ ਨੇ। ਸਤਿਗੁਰਾਂ ਨੇ ਆਖਿਆ, ਗੁਰੂ ਅਮਰਦਾਸ ਪਾਤਸ਼ਾਹ ਨੇ, ਹਰ ਕੇ ਦਾਸ ਸੁਹੇਲੇ ਪਾਈ। ਫਿਰ ਕੀ ਆਖਿਆ ਅੰਤ ਵਿੱਚ ਜਾ ਕੇ? ਹਰ ਜੁਗ ਜੁਗ ਭਗਤੀ ਉਪਾਇਆ, ਪੈਜ ਰੱਖਦਾ ਆਇਆ। ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਬੋਲੋ ਸਾਰੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛਡਾਇਆ। ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਏ ਛਡਾਇਆ। ਪਰਮੇਸ਼ਰ ਸਾਰੇ ਵਿਕਾਰਾਂ ਤੋਂ, ਵਿਕਾਰਾਂ ਦੇ ਬੰਧਨਾਂ ਤੋਂ, ਵੈਰੀਆਂ ਤੋਂ ਛੁਡਾ ਕੇ ਆਪਣੇ ਵਿੱਚ ਅਭੇਦ ਕਰ ਲੈਂਦਾ ਹੈ। ਹਰ ਕੇ ਦਾਸ ਸੁਹੇਲੇ ਪਾਈ। ਸਮੇਂ ਨੂੰ ਮੁੱਖ ਰੱਖਦਿਆਂ ਹੋਇਆ ਅਸਾਂ ਨੇ ਇਸ ਸਿਧਾਂਤ ਨੂੰ ਸਮਝਣ ਦਾ ਯਤਨ ਕੀਤਾ ਹੈ। ਮੈਂ ਕਾਮਨਾ ਕਰਦਾ ਸਤਿਗੁਰਾਂ ਦੇ ਚਰਨਾਂ ਵਿੱਚ ਸਾਹਿਬ ਜੀ ਕਿਰਪਾ ਕਰਨ। ਜਿਤਨੇ ਵੀ ਪ੍ਰੇਮੀ ਜਨ ਤੁਸੀਂ ਸੰਗਤਾਂ ਗੁਰੂ ਕੇ ਪਿਆਰ ਵਾਲੇ ਆਏ ਹੋ, ਜੁੜੇ ਹੋ, ਹਾਜ਼ਰੀ ਭਰ ਰਹੇ ਹੋ, ਬਹੁਤਾ ਸਮਾਂ ਬੈਠ ਸਕੇ ਹੋ, ਥੋੜਾ ਸਮਾਂ ਬੈਠ ਸਕੇ ਹੋ, ਆਉਂਦਿਆਂ ਹੋਇਆਂ ਜਾਂਦਿਆਂ ਹੋਇਆਂ ਭੱਜੇ ਜਾਂਦਿਆਂ, ਇਹ ਗੱਲ ਪੱਲੇ ਬੰਨ ਲਈਏ, ਇਹ ਬਚਨ ਪੱਲੇ ਬੰਨ ਲਈਏ ਕਿ ਹਰ ਕੇ ਦਾਸ ਸੁਹੇਲੇ ਭਾਈ। ਜਿਹੜੇ ਹਰੀ ਦੇ ਨਾਲ ਜੁੜਦੇ ਨੇ, ਹਰੀ ਦੇ ਪ੍ਰਤੀ ਸਮਰਪਿਤ ਹੁੰਦੇ ਨੇ, ਉਹ ਸਦਾ ਸੁਖੀ ਰਹਿੰਦੇ ਨੇ। ਔਰ ਇੰਨੇ ਸੁਖੀ ਹੁੰਦੇ ਨੇ, ਜਨਮ ਜਨਮ ਕੇ ਕਿਲਬਿਖ ਦੁੱਖ ਘਾਟੇ। ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਸਾਡੇ ਅੰਦਰ ਟਿਕੀ ਹੁੰਦੀ ਹੈ ਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਉਸ ਤੋਂ ਪੈਦਾ ਹੋਣ ਵਾਲੇ ਪਾਪ ਤੇ ਦੁੱਖ ਪਰਮੇਸ਼ਰ ਜੀ ਕੱਟ ਕੇ ਆਪੇ ਮੇਲ ਮਿਲਾਈ ਆਪਣੇ ਨਾਲ ਮਿਲਾ ਲੈਂਦੇ ਨੇ। ਪਰਮੇਸ਼ਰ ਹੋਇਆ, ਪਰਮੇਸ਼ਰ ਦਾ ਰੂਪ ਸਤਿਗੁਰੂ ਹੋਇਆ। ਇੱਕ ਹੀ ਬਾਤ ਹੈ,
ਇਹ ਗੱਲ ਉਹਨਾਂ ਨੂੰ ਸਮਝ ਆਵੇਗੀ ਜਿਨ੍ਹਾਂ ਨੇ ਸਤਿਗੁਰਾਂ ਨੂੰ ਪਰਮੇਸ਼ਰ ਜਾਤਾ ਜਾਣਿਆ, ਜਿਨ੍ਹਾਂ ਨੇ। ਆਮ ਦੀ ਬਾਤ ਨਹੀਂ ਹੋ ਸਕੇਗੀ। ਜਿਨ੍ਹਾਂ ਨੇ ਇਹ ਸਮਝਿਆ ਕਿਸੇ ਲਈ ਪਰਮੇਸ਼ਰ ਭਾਵੇਂ ਕੁਝ ਹੋਰ ਹੋਵੇਗਾ, ਸਿੱਖ ਦੇ ਲਈ ਸਤਿਗੁਰੂ ਹੀ ਪਰਮੇਸ਼ਰ ਹੈ, ਪਰਮੇਸ਼ਰ ਹੈ। ਔਰ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਇੱਥੋਂ ਹੀ ਬਚਨ ਸ਼ੁਰੂ ਕਰਦੇ ਨੇ। ਦੇਖਣਾ ਕਿੰਨੀ ਵਾਰ ਅਸੀਂ ਨਾ ਇਸ ਬਚਨ ਦਾ ਪ੍ਰਮਾਣ ਦਿੰਦੇ ਹਾਂ, ਕਿੰਨੀ ਵਾਰ। ਅੱਜ ਪਾਵਨ ਸ਼੍ਰੀ ਮੁਖਵਾਕ ਆਇਆ ਹੁਕਮਨਾਮਾ ਦੇ ਰੂਪ ਦੇ ਵਿੱਚ ਥੋੜੀ ਜੀ ਆਪਾਂ ਡੀਪਲੀ ਵਿਚਾਰ ਕਰੀਏ ਕੀ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਮਾਨਯੋਗ ਭਾਈ ਸਾਹਿਬ ਨੂੰ ਬੇਨਤੀ ਹੈ, ਇੱਕ ਵਾਰ ਕਿਰਪਾ ਕਰੋ, ਫਿਰ ਸਾਨੂੰ ਪਿਆਰ ਨਾਲ ਸਰਵਣ ਕਰਵਾਓ। ਜਿਤਨੇ ਮੇਰੇ ਭਾਈ ਸਾਰੇ ਜੁੜੇ ਹੋਏ ਹੋ, ਭੈਣਾਂ ਜੁੜੇ ਹੋਏ ਹੋ ਸੰਗਤ ਰੂਪ ਵਿੱਚ, ਜੁੜੀਆਂ ਹੋਈਆਂ ਬਿਰਤੀਆਂ ਦੇ ਨਾਲ ਅਰਸ਼ਨਾ ਪਵਿੱਤਰ ਕਰੀਏ ਜੀ। ਬੋਲੋ ਜੀ ਸਤਿਨਾਮ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਵਾਹਿ ਵਾਹਿ ਵਾਹਿ। ਅਸੀਂ ਆਪਣੇ ਆਪ ਨੂੰ ਕੀ ਸਮਝਦੇ ਹਾਂ? ਅਸੀਂ ਆਪਣੇ ਆਪ ਨੂੰ ਕਿਹਨਾਂ ਵਿੱਚ ਸ਼ੁਮਾਰ ਕਰਦੇ ਹਾਂ, ਕਾਊਂਟ ਕਰਦੇ ਹਾਂ? ਅਸੀਂ ਗੁਰੂ ਕੇ ਰਿਸ਼ਤੇਦਾਰ ਹਾਂ, ਅਸੀਂ ਗੁਰੂ ਕੇ ਮਿੱਤਰ ਹਾਂ, ਅਸੀਂ ਗੁਰੂ ਕੇ ਸਿੱਖ ਹਾਂ। ਅਸੀਂ ਕਿਹਨਾਂ ਵਿੱਚ ਆਪਣੇ ਆਪ ਨੂੰ ਸ਼ੁਮਾਰ ਕਰਦੇ ਹਾਂ? ਜਿਹੜੀ ਇਤਿਹਾਸ ਦੀ ਬਾਤ ਹੈ ਨਾ, ਉਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਹੁੰਦਾ ਕਿ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜਿਸ ਵੇਲੇ ਬਚਨ ਕਰ ਰਹੇ ਨੇ ਤੇ ਉਹਨਾਂ ਦੇ ਧਿਆਨ ਦੇ ਵਿੱਚ ਧੰਨ ਗੁਰੂ ਅੰਗਦ ਸਾਹਿਬ ਜੀ ਦੇ ਸਪੁੱਤਰ ਦਾਤੂ ਤੇ ਦਾਸੂ ਵੀ ਨੇ। ਔਰ ਦਾਤੂ ਤੇ ਦਾਸੂ ਜੀ ਦੇ ਨਾਲ ਨਾਲ ਉਹਨਾਂ ਦੇ ਜਵਾਈ ਅਮਰੋ ਦੇ ਪਤੀ ਜੀ, ਅਨੋਖੀ ਦੇ ਪਤੀ ਜੀ ਵੀ ਹਨ। ਉਹਨਾਂ ਦੀ ਦ੍ਰਿਸ਼ਟੀ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ ਵੀ ਹਨ ਤੇ ਲਖਮੀ ਚੰਦ ਵੀ ਹਨ। ਹੋਰ ਇਹ ਆਪਣੇ ਆਪ ਨੂੰ ਜਿਹੜੇ ਬੇਦੀ ਵੰਸ਼ਜ ਕਹਾਉਂਦੇ ਨੇ ਜਾਂ ਤ੍ਰਿਹਣ ਵੰਸ਼ਜ ਕਹਾਉਂਦੇ ਨੇ, ਉਹ ਵੀ ਹੈ। ਭੱਲਿਆਂ ਦੇ ਜਿਹੜੇ ਵੰਸ਼ਜ ਨੇ ਆਪਣੇ ਆਪ ਨੂੰ ਜੋ ਬਾਵੇ ਖਾਸ ਤੌਰ ਤੇ ਕਹਾਉਂਦੇ ਨੇ, ਉਹ ਵੀ ਹੈ। ਹਾਂਜੀ, ਜਾਂ ਹੋਰ ਨਿਕਟਵਰਤੀ ਜਿਹਨੂੰ ਮਿੱਤਰ ਆਖਿਆ ਜਾ ਸਕਦਾ, ਉਹ ਵੀ ਹੈ। ਅਸੀਂ ਕਿੰਨਾ ਵਿੱਚੋਂ ਆ? ਅਸੀਂ ਕਿੰਨਾ ਵਿੱਚੋਂ ਆ? ਅਸੀਂ ਨਾ ਵੰਸ਼ਜਾਂ, ਅਸੀਂ ਨਾ ਪੁੱਤਰ ਹਾਂ, ਬਿੰਦੀ ਪੁੱਤਰ ਨਹੀਂ ਅਸੀਂ ਹੈਗੇ। ਫਿਰ ਅਸੀਂ ਕੌਣ ਹੋਏ? ਨਾ ਅਸੀਂ ਮਿੱਤਰ ਹਾਂ। ਅਸੀਂ ਸਿੱਖ ਕੈਟਾਗਰੀ ਵਿੱਚ ਆਉਂਦੇ ਹਾਂ। ਸਿੱਖ ਕੈਟਾਗਰੀ ਕੀ ਹੋਈ? ਸਿੱਖ ਕੈਟਾਗਰੀ ਦੀ ਵਿਆਖਿਆ ਜਿਹੜੀ ਹੈ ਨਾ, ਭਾਵੇਂ ਸਮੇਂ-ਸਮੇਂ ਵਿਦਵਾਨ ਸੱਜਣ ਕਰਦੇ ਰਹੇ ਨੇ ਤੇ ਕਰਦੇ ਰਹਿੰਦੇ ਨੇ ਕਿ ਸਿੱਖ ਸ਼ਬਦ ਆਇਆ ਸ਼ਿਸ਼ਯ ਤੋਂ। ਸ਼ਿਸ਼ਯ ਜਿਹੜਾ ਸਿੱਖਦਾ ਹੈ। ਹੁਣ ਤੁਸੀਂ ਧਿਆਨ ਕਰਨਾ, ਇਹ ਠੀਕ ਹੈ ਗੱਲ, ਇਸ ਨੂੰ ਕੰਡੈਮ ਨਹੀਂ ਕੀਤਾ ਜਾਂਦਾ, ਲੇਕਿਨ ਗੁਰੂ ਖਾਲਸਾ ਜੀ ਨੇ ਸਿੱਖ ਦੀ ਕੀ ਪਰਿਭਾਸ਼ਾ ਬੱਧੀ ਤੁਹਾਡੇ ਧਿਆਨ ਵਿੱਚ ਹੈ?
सिख की परिभाषा है, सिख की डेफिनेशन है। वो स्त्री या पुरुष दोवें, स्त्री या पुरुष, जो श्री गुरु नानक साहब जी तो लैके दसम पातशाह श्री गुरु गोबिंद सिंह जी तक 10 गुरु साहबान की बाणी अते सिक्ख्या श्री गुरु ग्रंथ साहब जी दे अनुसार 10 पातशाहियां की बाणी, श्री गुरु ग्रंथ साहब अते 10 गुरु साहबान की सिक्ख्या दे अनुसार चलदा है। जो दशमेश जी दे खंडे ते निश्चा रखता है, उन्हें कल अजे अमृत छकिया है ते नहीं छके, भावें नहीं छकिया, भलके शायद छके, भलके नहीं ते परसों छके, पर नहीं भी छक सकिया ना, जिन्हें छक लिया उसकी तो बात हो ही ना, जिन्हें नहीं भी छकिया वो निश्चा रखे, आखे वाहिगुरु जी का खालसा वाहिगुरु जी की फतेह, मन के चलता होवे ते होर किसे धर्म नूं नहीं मनदा, वो सिख है। मैं फिर दोहरा दिया, सानू टपला नहीं लगना चाहिए कदी भी। इधर उधर सानू सिद्धांतक तौर पर ना थड़काउण वाले बड़े लोग ने, बहुत है। साडे आले दुआले बहु गिनती भारी मेजॉरिटी जिन्हां दी है ना, वो कोई मौका खाली नहीं जान देंदे सिखां दे सिदक नूं डलाउण दा, और उन्हां दे यत्नां तो प्रभावित साडे भी कुछ सिख भाई हैं जिहड़े आप डोल जांदे ने ते बाकियां नूं डलाउण दा कारण बनदे ने। सिख दी वो परिभाषा नहीं, जे कोई मनुख अपनी मर्जी नाल उसनूं थाप के बन के चलता है, वो नहीं परिभाषा। वो परिभाषा है जो गुरबाणी अनुसार, गुरमत के अनुसार गुरु खालसा जी ने बद्धी है, जो गुरु पंथ ने बद्धी है। और की परिभाषा बद्धी, वो स्त्री या पुरुष जो 10 गुरु साहबान की बाणी श्री गुरु ग्रंथ साहब, 10 गुरु साहबान की सिक्ख्या के अनुसार चलता है, नूं मनदा है। कई बार असीं कहते हैं मनन ते चलन विच फर्क हुंदा है, निश्चय ही हुंदा है। जिहड़ा नहीं चलदा मनदा है कि नहीं मनदा, चलो मन्ने तो सही ना, जो मनदा ही नहीं वो चलेगा की। फिर आखिया अते किसे होर नूं, किसे होर धर्म नूं नहीं मनदा, फिर खंडे दे अमृत ते विश्वास करता है, वो सिख है। मैं ना गल नूं समझण समझाउण वास्ते थोड़े जिहा ना बचन अगे पिछे करके आखे ने। तुहाडे पास सिख रहत मर्यादा की कापी होवेगी, जे नहीं हैगी तो इत्थों स्टॉल ते लै लो, जिहड़ा अपना स्टॉल हैगा है लै लो ते पढ़ो, अपने घरां विच रखो। ये गुरु पंथ की किरत है, ये वो पवित्र दस्तावेज है जिहड़ा साडे जीवन का आधार निश्चित करदी है, सिख जीवन का आधार। और वो ऐस ते आधारित है, ऐस बचन ते जिहड़ा सतगुरु महाराज गुरु अमरदास साहब अज कहंदे पए ने, सो सिख सखा बंधप है भाई। हे भाई, सिख ओ है, मित्र ओ है, रिश्तेदार ओ है गुरु का। कौन? हुण कोई ओला तो नहीं रह गया ना इन्नी लंबी चौड़ी गलबात करन तो बाद। भावें कोई श्री चंद होवे ते भावें श्री चंदिया होवे, भावें कोई दातू दासू बन बैठे ते भावें दातू दासू होरां दा कोई वारस बन बैठे, भावें कोई भला होवे ते भावें कोई सोढी होवे, भावें कोई कुछ होर होवे। पर पातशाह ने आखिया जे गुर के भाणे विच आवे सो सिख सखा बंधप है भाई। लो कोई ओला तो नहीं ना रहा।
ਹੁਣ ਅਸਾਂ ਨੇ ਨਿਸ਼ਚਿਤ ਕਰਨਾ ਹੈ ਅਸੀਂ ਕਿੱਥੇ ਆ, ਅਸੀਂ ਕਿੱਥੇ ਆ। ਨਾ ਕਿਸੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਹੁੰਦੀ ਹੈ ਤੇ ਨਾ ਕਿਸੇ ਕੋਲੋਂ ਕਿਸੇ ਨੂੰ ਬਹੁਤੀ ਦੱਸਣ ਦੀ ਲੋੜ ਹੈ। ਜੇ ਮੈਂ ਸਿੱਖ ਹਾਂ ਤੇ ਮੈਨੂੰ ਪਤਾ ਹੋਣਾ ਚਾਹੀਦਾ ਹੈ ਮੈਂ ਕਿਸ ਪ੍ਰਕਾਰ ਦਾ ਸਿੱਖ ਹਾਂ। ਮੈਂ ਗੁਰੂ ਕੇ ਭਾਣੇ ਵਿੱਚ ਰਹਿੰਦਾ ਹਾਂ। ਭਾਣਾ ਸ਼ਬਦ ਦਾ ਨੇੜੇ ਦਾ ਅਰਥ ਹੈ ਪਾਉਂਦਾ। ਜੋ ਗੁਰੂ ਨੂੰ ਪਾਉਂਦਾ ਹੈ ਮੈਂ ਉਵੇਂ ਕਰਦਾ ਹਾਂ ਕਿ ਮੈਂ ਆਪਣਾ ਮਨ ਭਾਉਂਦਾ ਕਰਦਾ ਹਾਂ। ਬਸ ਇੱਥੇ ਨਾ ਖੜੋ ਜਾਈਏ। ਅਸੀਂ ਗੁਰੂ ਦੇ ਭਾਉਂਦੇ ਦੇ ਅਨੁਸਾਰ ਚੱਲਦੇ ਹਾਂ ਕਿ ਮਨ ਨੂੰ ਭਾਉਂਦੇ ਦੇ ਅਨੁਸਾਰ ਚੱਲਦੇ ਹਾਂ। ਅਸੀਂ ਮਨ ਭਾਉਂਦੇ ਕਰਮ ਕਰਦੇ ਹਾਂ ਕਿ ਗੁਰੂ ਭਾਉਂਦੇ ਕਰਮ ਕਰਦੇ ਹਾਂ। ਫਿਰ ਕਿਸੇ ਨੂੰ ਪੁੱਛਣ ਦੀ ਲੋੜ ਹੀ ਨਹੀਂ ਰਹਿਣੀ ਤੂੰ ਮੈਨੂੰ ਸਿੱਖ ਮੰਨਦਾ ਕਿ ਕਿਉਂ ਨਹੀਂ ਮੰਨਦਾ, ਨਹੀਂ ਮੰਨਦਾ ਤੇ ਕਿਉਂ ਨਹੀਂ ਮੰਨਦਾ। ਕਿਸੇ ਕੋਲ ਸਰਟੀਫਿਕੇਟ ਲੈਣ ਦੀ ਲੋੜ ਹੈ। ਸਤਿਗੁਰਾਂ ਨੇ ਆਪ ਬਖਸ਼ਿਸ਼ ਕੀਤੀ। ਮਹਾਰਾਜ ਨੇ ਕਹਿਣ ਲੱਗੇ ਗੁਰੂ ਰਾਮਦਾਸ ਪਾਤਸ਼ਾਹ ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਰੋਜ਼ ਪੜ੍ਹਦੇ ਹੋ ਨਾ ਤੁਸੀਂ, ਇੱਕ ਵਾਰ ਫਿਰ ਦੁਹਰਾਈਏ, ਅੱਜ ਦਾ ਪ੍ਰਸੰਗ ਹੈ। ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ। ਬੋਲੀ ਚਲੋ ਨਾਲ। ਆਖਾਂ ਬਿਰਥਾ ਜੀ ਕੀ ਗੁਰ ਸੱਜਣ ਦੇ ਮਿਲਾਏ ਜੀਓ। ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨ ਕਾਹੂੰ ਜਾਏ ਜੀਓ। ਇਹ ਮਨ ਤੈ ਕੂ ਡੇਵਸਾਂ ਮੈਂ ਮਾਰਗ ਦੇਹੋ ਬਤਾਏ ਜੀਓ। ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸਰਣਾਏ ਜੀਓ। ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਤੇ ਫਿਰ ਦੱਸਦੇ ਨੇ ਇਤ ਮਾਰਗ ਚੱਲੇ ਭਾਈ ਅੜੇ। ਉਹ ਪਿਆਰੇ ਭਰਾਵਾ ਗੁਰਮਤਿ ਮਾਰਗ ਤੇ ਜਿਹੜੇ ਚੱਲਦੇ ਨੇ ਗੁਰੂ ਕਹਾਇ ਸੋ ਕਾਰ ਕਮਾਏ ਜੀਓ। ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਓ ਜੀਓ। ਇਹ ਪਾਵੇਂ ਹਰ ਦਰ ਸਾਵੜਾ ਨਾ ਲੱਗੈ ਤਤੀ ਵਾਓ ਜੀਓ। ਇਉ ਪਾਵੇਂ ਹਰ ਦਰ ਸਾਵੜਾ। ਇਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੋ ਕਾਰ ਕਮਾਏ ਜੀਓ। ਵਿੱਚ ਵਿਚਾਲੇ ਤਾਂ ਕੋਈ ਥਾਂ ਹੀ ਕੋਈ ਨਹੀਂ ਹੈ, ਕੋਈ ਥਾਂ ਨਹੀਂ ਹੈ। ਮਾਨਯੋਗ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਾਡੇ ਕੋਲ ਖੜੋ ਕੇ ਨਾ ਸਾਡੇ ਭਰਾਵਾਂ ਵਾਂਗ ਕੋਲ ਬੈਠ ਕੇ ਕੋਲ ਖੜੋ ਕੇ ਆਖਦੇ ਫਿਦਾਏ ਉਹ ਸ਼ਾਹ ਕੁਰਬਾਨ ਹੋ ਜਾ। ਵਾ ਉਜ਼ਰੇ ਮਖਾਹਾ ਐ ਗੋਇਆ ਨੰਦ ਲਾਲਾ ਬਹਾਨੇ ਬਾਜ਼ੀ ਨਾ ਕਰ। ਕੀ ਕਰਦੇ ਹਾਂ ਅਸੀਂ? ਆਪਣੇ ਅੰਦਰ ਝਾਤ ਪਾ ਕੇ ਦੇਖੇ ਜੇ ਕੀ ਕਰਦੇ ਹਾਂ ਅਸੀਂ? ਬਹਾਨੇਬਾਜ਼ੀਆਂ। ਕਿਉਂ ਮੈਂ ਸਿੱਖ ਨਹੀਂ ਬਣ ਸਕਿਆ, ਕਿਉਂ ਮੈਂ ਸਿੱਖੀ ਅਨੁਸਾਰ ਨਹੀਂ ਚੱਲਦਾ। ਬਸ ਇਹ ਕਿਉਂ 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 ਹੀ ਸਾਡੇ ਸਿਰ ਚੋਂ ਨਿਕਲਦਾ ਨਹੀਂ ਹੈ। ਅੱਛਾ ਲਈ ਫਿਰੀਏ, ਫਿਰ ਤੁਰੇ ਫਿਰੀਏ, ਫਿਰ ਲੈ ਕੇ ਫਿਰ ਠੇਡੇ ਖਾਣ ਤੋਂ ਬਿਨਾਂ ਹੋਰ ਕੀ ਸਾਡੀ ਝੋਲੀ ਵਿੱਚ ਰਹਿੰਦਾ ਹੈ। ਭਾਈ ਸਾਹਿਬ ਕਹਿੰਦੇ ਨੇ ਨਾ ਇਉਂ ਨਾ ਕਰੋ। ਜਿਸ ਨੂੰ ਗੁਰੂ ਮੰਨਦੇ ਹੋ, ਜਿਸ ਦੇ ਚਰਨਾਂ ਵਿੱਚ ਆ ਕੇ ਝੁਕਦੇ ਹੋ, ਜਿਸ ਨੂੰ ਨਮਸਕਾਰਾਂ ਕਰਦੇ ਹੋ, ਜਿਸ ਨੂੰ ਪ੍ਰਕਰਮਾ ਕਰਦੇ ਹੋ, ਫਿਦਾਏ ਹੋ ਸ਼ਾਹ, ਉਹਦੇ ਬਚਨਾਂ ਤੋਂ ਕੁਰਬਾਨ ਹੋ ਜਾ। ਬਸ ਵਾ ਉਜ਼ਰੇ ਮਖਾਹਾ ਐ ਗੋਇਆ ਤੇ ਨੰਦ ਲਾਲਾ ਬਹਾਨੇਬਾਜ਼ੀ ਨਾ ਕਰ। ਐਂ ਨਾ ਉੱਚੀ ਆਵਾਜ਼ ਨਾਲ ਨੰਦ ਲਾਲਾ ਬਹਾਨੇਬਾਜ਼ੀ ਨਾ ਕਰ। ਹੁਣ ਸੋਹਣ ਸਿੰਘ ਮੋਹਨ ਸਿੰਘ ਦਾ ਨਾਂ ਨਹੀਂ ਲੈਂਦੇ, ਉੱਥੇ ਨਾਂ ਆਪਣਾ ਰੱਖ ਲੈਂਦੇ ਨੇ। ਗੱਲ ਕਰਨੀ ਸੌਖੀ ਹੋ ਜਾਂਦੀ ਹੈ। ਪਰ ਭਾਈ ਨੰਦ ਲਾਲ ਵਰਗਾ ਤਾਂ ਆਗਿਆਕਾਰ ਸਿੱਖ ਕੋਈ ਵਿਰਲਾ ਹੀ ਹੋਵੇਗਾ ਨਾ। ਤਾਂ ਭੇਦ ਹੋਏ ਸਨ।
ਜਿਨ੍ਹਾਂ ਦੀ ਰਚਨਾ ਨੂੰ ਬਾਣੀ ਦਾ ਸਨਮਾਨ ਦੇ ਕੇ ਅਸੀਂ ਗਾਇਨ ਕਰਦੇ ਹਾਂ, ਜਿਨ੍ਹਾਂ ਦਾ ਕੀਰਤਨ ਕੀਤਾ ਜਾ ਸਕਦਾ, ਇਹਨਾਂ ਦੀ ਤੇ ਭਾਈ ਗੁਰਦਾਸ ਜੀ ਹੋਰਾਂ ਦੀ ਬਾਣੀ ਦਾ ਤਾਂ ਥਿੜਕੇ ਹੋਏ ਤਾਂ ਨਹੀਂ ਸਨ ਨਾ, ਪਰ ਸਾਨੂੰ ਸਮਝਾਉਂਦੇ ਨੇ ਫਿਦਾਏ ਉਸ਼ੋ ਵਾ ਉਜ਼ਰੇ ਮਖਾਹਾ ਐ ਗੋਇਆ ਕਿ ਦਰ ਤਰੀਕ ਤੇ ਮਾਂ। ਇਹ ਗੁਰੂ ਪ੍ਰੇਮ ਦਾ ਜਿਹੜਾ ਮਾਰਗ ਹੈ ਨਾ, ਜਾਏ ਉਜ਼ਰ ਖਾਹੀ ਨੇਸਤ, ਜਾਏ ਮੈਂ ਨਾ ਜਗ੍ਹਾ, ਉਜ਼ਰ ਖਾਹੀ ਮੈਂ ਨਾ ਬਹਾਨੇਬਾਜ਼ੀ, ਨੇਸਤ ਜਾਂ ਨੀਸਤ ਇਸਦਾ ਮਾਇਨਾ ਹੈ ਨਹੀਂ ਹੈ। ਜਿਹੜਾ ਗੁਰਮਤਿ ਮਾਰਗ ਹੈ ਨਾ, ਇਹ ਪ੍ਰੇਮ ਦਾ ਮਾਰਗ ਹੈ, ਤੇ ਇਸ ਪ੍ਰੇਮ ਦੇ ਮਾਰਗ ਦੇ ਵਿੱਚ ਨਾ ਬਹਾਨੇਬਾਜ਼ੀ ਦੀ ਥਾਂ ਹੀ ਕੋਈ ਨਹੀਂ ਹੈ। ਵਾਹਿਗੁਰੂ, ਥਾਂ ਹੀ ਕੋਈ ਨਹੀਂ ਹੈ। ਮੈਂ ਕਿਹੜੀ ਸਾਖੀ ਸੁਣਾਵਾਂ, ਕਿਹੜਾ ਇਤਿਹਾਸ ਸੁਣਾਵਾਂ, ਗੱਲ ਹੀ ਸ਼ੁਰੂ ਹੀ ਇੱਥੋਂ ਹੁੰਦੀ ਸਾਰੀ। ਤੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਨੇ ਨਾ ਫਿਰ ਇੱਥੇ ਹੀ ਨਾ ਇਸੇ ਰਗ ਤੇ ਹੱਥ ਰੱਖਿਆ, ਇਸੇ ਰਗ ਤੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ, ਆਪਣੇ ਭਾਣੇ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਵਾਹ, ਫੌਰਨ ਹੀ ਨਾ ਦੂਜੀ ਪੰਕਤੀ ਵਿੱਚ ਕਹਿ ਦਿੱਤਾ, ਜਿਹੜਾ ਬੰਦਾ ਗੁਰੂ ਕਾ ਕਹਾ ਕੇ, ਸਿੱਖ ਹੋ ਕੇ, ਸਖਾ ਹੋ ਕੇ, ਰਿਸ਼ਤੇਦਾਰ ਹੋ ਕੇ, ਆਪਣੇ ਮਨ ਭਾਉਂਦਾ ਰਾਹ ਚੁਣ ਕੇ ਚੱਲਦਾ ਹੈ ਨਾ, ਵਿਛੜ ਚੋਟਾਂ ਖਾਵਾ, ਉਹ ਦੁੱਖ ਪਾਉਂਦਾ ਹੈ। ਬਸ ਜੀ। ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫੇਰ ਪਛਤਾਵੈ। ਯਾਦ ਰੱਖਿਓ ਜੇ ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ। ਨਾ ਸਿੱਖ ਪਦਵੀ ਰਹਿੰਦੀ ਹੈ, ਨਾ ਨਿਕਟਤਾ ਰਹਿੰਦੀ ਹੈ, ਕੋਈ ਰਿਸ਼ਤੇਦਾਰੀ ਗੁਰੂ ਨਾਲ ਨਹੀਂ ਬਣਦੀ, ਕੋਈ ਸਾਂਝ ਨਹੀਂ ਬਣਦੀ। ਹਾਂਜੀ, ਮੀਨਿਆਂ ਦੀ ਸੰਗਤ ਨਹੀਂ ਕਰਨੀ, ਰਾਮ ਰਾਈਆਂ ਦੀ ਸੰਗਤ ਨਹੀਂ ਕਰਨੀ, ਧੀਰ ਮੱਲੀਆਂ ਦੀ ਸੰਗਤ ਨਹੀਂ ਕਰਨੀ। ਕੌਣ ਸਾਨੇ ਸਾਰੇ? ਮੀਨੇ ਪ੍ਰਿਥੀ ਚੰਦੀਏ, ਰਾਮ ਰਾਈਏ, ਰਾਮ ਰਾਏ ਦੀ ਸੰਗਤ ਵਾਲੇ, ਤੇ ਧੀਰ ਮੱਲੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੋਤਰੇ, ਵੱਡੇ ਪੋਤਰੇ, ਬਾਬਾ ਗੁਰਦਿੱਤਾ ਜੀ ਦੇ ਵੱਡੇ ਸੁਪੁੱਤਰ। ਹੁਣ ਇਹਨਾਂ ਤੋਂ ਵਧੇਰੇ ਨੇੜੇ ਅਸੀਂ ਕਿਵੇਂ ਹੋ ਜਾਵਾਂਗੇ ਗੁਰੂ ਕੇ? ਅਸੀਂ ਤਾਂ ਵੱਧ ਤੋਂ ਵੱਧ ਇੰਨੀ ਛਾਲ ਹੀ ਮਾਰ ਸਕਦੇ ਆ ਨਾ, ਮੇਰਾ ਪਿਤਾ ਸਿੱਖ ਸੀ, ਮੇਰਾ ਬਾਬਾ ਸਿੱਖ ਸੀ, ਮੇਰਾ ਪੜਦਾਦਾ ਸਿੱਖ ਸੀ, ਉਹਨਾਂ ਦਾ ਵਡੇਰਾ ਸਿੱਖ ਸੀ। ਇਹੋ ਜਿਹੀ ਦਾਵਾ ਹੀ ਅਸੀਂ ਕਰ ਸਕਦੇ ਆ ਨਾ। ਹਾਂਜੀ, ਹੋਰ ਕੀ ਕਰਾਂਗੇ ਅਸੀਂ? ਲੇਕਿਨ ਸਤਿਗੁਰਾਂ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ, ਬਿਨ ਸਤਿਗੁਰ ਸੁਖ ਕਦੇ ਨਾ ਪਾਵੈ ਭਾਈ, ਫਿਰ ਪਛੋਤਾਵੈ। ਅੱਗੇ ਕੀ ਆਖਿਆ ਜੀ? ਹਰ ਕੇ ਦਾਸ ਸੁਹੇਲੇ ਭਾਈ। ਸੁਖ ਪਾਉਂਦੇ ਨੇ ਜਿਹੜੇ ਹਰੀ ਵਾਹਿਗੁਰੂ ਜੀ ਦੀ ਆਗਿਆ ਦੇ ਅਨੁਸਾਰ, ਗੁਰੂ ਸਤਿਗੁਰਾਂ ਦੀ ਆਗਿਆ ਦੇ ਅਨੁਸਾਰ ਸੁਚੇਤ ਹੋ ਕੇ ਚੱਲਦੇ ਹਨ। ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ। ਉਹਨਾਂ ਦੇ ਜਨਮਾਂ ਜਨਮਾਂਤਰਾਂ ਦੇ ਕਿਲ ਬਿਖ ਦੁੱਖ ਕੱਟੇ ਜਾਂਦੇ ਨੇ। ਜਿਹਨੂੰ ਕਹਿੰਦੇ ਨੇ ਡੂੰਘੀ ਮੈਲ ਪਈ ਹੈ, ਡੂੰਘੀ ਮੈਲ। ਮਾਈਆਂ ਚੰਗੀ ਤਰ੍ਹਾਂ ਜਾਣਦੀਆਂ ਨੇ, ਕਈ ਵਾਰ ਨਾ ਕੱਪੜਾ ਧੋਤਿਆਂ ਵੀ ਨਹੀਂ ਨਿਖਰਦਾ। ਕਈ ਇਹਨਾਂ ਨਿਖਰਦਾ ਕਿਉਂ ਨਹੀਂ? ਕਹਿੰਦੀਆਂ ਨੇ ਇਹਨੂੰ ਤੰਦ ਮੈਲ ਪੈ ਗਈ ਹੈ। ਹੁਣ ਕੱਪੜਾ ਤਾਂ ਹੋ ਸਕਦਾ ਹੈ ਕਿ ਧੋਤਿਆਂ ਨਾ ਨਿਖਰੇ, ਲੇਕਿਨ ਜਨਮਾਂ ਜਨਮਾਂਤਰਾਂ ਦੀ ਮੈਲ ਜਿਹੜੀ ਹੈ ਨਾ ਸਾਡੇ ਅੰਦਰੋਂ, ਉਹ ਨਿਕਲ ਸਕਦੀ ਹੈ। ਇਹ ਸਤਿਗੁਰਾਂ ਨੇ ਭਰੋਸਾ ਦਿਵਾਇਆ ਹੈ। ਜਨਮ ਜਨਮ ਕੇ ਕਿਲ ਬਿਖ ਦੁੱਖ ਕਾਟੇ, ਪਾਪਾਂ ਦੀ ਮੈਲ ਉਹ ਕੱਟ ਸਕਦਾ ਹੈ, ਕੱਢ ਸਕਦਾ ਹੈ ਗੁਰੂ ਪਰਮੇਸ਼ਰ। ਔਰ ਕੀ ਕਰਦਾ ਹੈ ਨਾਲ? ਆਪੇ ਮੇਲ ਮਿਲਾਈ। ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ, ਅਭੇਦ ਕਰ ਲੈਂਦਾ, ਭਾਵ ਇੰਨਾ ਨਿਰਮਲ ਕਰ ਲੈਂਦਾ ਹੈ
इन्ना निर्मल। वाहिगुरू। फिर बचन याद आया भाई साहब होरां दा, सर पाशुदा पा सरशुदा। सिर पैर हो गया, पैर सिर हो गया। दर राहे मुहब्बत, गुरमत मार्ग ते प्रेम दे मार्ग ते चलदियां होया गोएम मैं आखदा हाँ, लेकिन पर सार उपारा ना शनासेम। मानयोग जी आखदे ने, नंद लाल जी गोया जी कहते ने, मैनू पुछियो ना बई तू बड़ा निकटवर्ती है तो दस तां सही, तू आखदा गुरु सिख हो गया, सिख गुरु हो गया, गुरु ते सिख अभेद हो गए, तू सानू दस सकदा भी इन्हां विच गुरु किहड़ा ते सिख किहड़ा? कहंदे ने नहीं, सर पाशुदा पा सरशुदा, दर राहे मुहब्बत गोएम, लेकिन सारो पारा ना शनासेम। मैं पछाण नहीं कर सकता हुण इन्हां विच सिर किहड़ा ते पैर किहड़ा। वाहिगुरू। हर का सेवक सो हर जिहा, भेद ना जानो मानस। मानस देहा। वाहिगुरू। सतगुरां ने आखिया जी। रहाओ एहो कुटुंब सब जी के बंधन पाई, परम भुला संसारा। जे असी गुरमत नूं धारण करके नहीं चलते ना, गुरु का पल्ला फड़ के नहीं चलते, ये कुटुंब सब जी के बंधन पाई। ये परिवार सारा ना बंदे दी जिंद जान दा ना बंधन ही बने रहंदे ने। जिंद जान दे जी दे बंधन इस भरम दे विच पातशाह ने इवें ही फरमान किया जी। बिन गुर बंधन टूट है नाहि, गुरमुख मोख दुआरा। बिन गुर बंधन टूटे नाई, गुरमत तो बिना ये बंधन नहीं जे टुटदे, बंधन नहीं टुटदे। हुण ध्यान रखना इत्थे शब्दावली का, ये नहीं आखदे कि रिश्तेदारियां टुट जांदियां ने, बंधन टुट जाते हैं। ये नहीं आखदे कि पिता पुत्र दे रिश्ते टुट जाते ने, गुरमत दे धार नहीं होया, इउं नहीं आखदे। पति पत्नी दे बंधन टुट जाते हैं, रिश्ते टुट जाते हैं, रिश्ते नहीं टुटते, बंधन टुट जाते हैं। और दोहां विच फर्क है। हुण अज 26 तरीक हो गई तो अज तो चौथे दिन 29 तरीक नूं सरहंद फतेह दिवस आ रहा है। बाबा बंदा सिंह होरां ने सरहंद फतेह की सी फर्स्ट टाइम 1710 विच। 16 विच पकड़ ले गए जिस वे शहीद किए जान लगे, तो असां सारियां ने सुनिया होया है। उन्हां दे 2 पुत्र सन, वैसे तो रणजीत सिंह बाद विच पैदा होए, अजय सिंह ਜਿਹੜੇ उस ਵੇਲੇ तकरीबन 5 ਕੁ ਸਾਲ ਦੇ ਸਨ, ਤੇ ਸਤਿਕਾਰ ਨਾਲ ਅਸੀਂ ਬਾਬਾ ਅਜੈ ਸਿੰਘ ਆਖਦੇ ਹਾਂ। ਇਹ ਆਪਣੀ ਮਾਂ ਸਹਿਤ, ਸਾਹਿਬ ਕੌਰ ਦੇ ਸਹਿਤ ਫੜ ਲੈ ਗਏ। ਅੰਤਮ ਸਮੇਂ ਲਿਆ ਕੇ ਅੱਗੇ ਸੁੱਟੇ ਗਏ, ਛੁਰੀ ਹੱਥ 'ਚ ਦਿੱਤੀ ਗਈ, ਲੈ ਇਹਦਾ ਦਿਲ ਚੀਰ ਤੂੰ। खैर ऐसा ना होया, ना किया बाबा जी ने। फिर दिल चीरिया गया, छाती चीरी गई, दिल कढ़िया गया, तड़पदा दिल बाबा जी के मुंह में तुन्निया गया। वाहिगुरू। पर बाबा जी होरियों में अडोल बैठे ने, फरक्सी और सामने बैठा होया। मैं हुण विस्तार नहीं करता, वेख के हैरान। जिहड़ा कोल इतमाद दौला सी प्रधानमंत्री, उसदा नूं कहण लगा इनू पुछ, वो जदों तेरे झंडे झुलदे सन, नगारे वजदे सन, सब कुछ हुंदा सी, जय जयकार हुंदी सी, तेरे चेहरे ते लालियां समझ आ सकदियां सी, तो तेरे पल्ले असीं छड्डिया ही कुछ नहीं। लोहगढ़ असाने जित लिया, फौजां तेरियां असाने तोड़ दित्तियां, 100-100 करके सारे तेरे साथी जड़े मार दिते, शहीद कर दिते, पुत्र तेरे झोली विच असाने वंड के रख दिता, तू अजे भी मुस्कुरा रहा है, एक ही भेत है।
ਹੁਣ ਦੇਖਣਾ, ਪੁੱਤਰ ਤਾਂ ਪੁੱਤਰ ਹੈ ਨਾ। ਆ ਮਾਂ ਦਿਵਸ ਪਰਸੋਂ ਲੰਘਿਆ ਤੇ ਮਾਂ ਦੀ ਗੱਲ ਤਾਂ ਸਾਰੇ ਕਰਦੇ ਨੇ, ਠੀਕ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ। ਮੈਂ ਕੋਈ ਕ੍ਰਿਟਿਸਾਈਜ਼ ਨਹੀਂ ਕਰਦਾ, ਖਿਮਾ ਕਰਨਾ ਮੈਨੂੰ। ਸ਼ਾਇਦ ਮੈਂ ਬਾਪ ਹਾਂ, ਇਸ ਕਰਕੇ ਮੈਂ ਆਪਣੇ ਬੱਚੇ ਦੀ ਪੀੜਾ ਸਮਝਦਾ, ਰਿਸ਼ਤੇ ਨੂੰ ਮੈਂ ਸਮਝਦਾ। ਮਾਂ ਨੂੰ ਪੁੱਤਰ ਬੜਾ ਪਿਆਰਾ ਹੁੰਦਾ ਹੈ, ਪਿਤਾ ਨੂੰ ਪੁੱਤਰ ਪਿਆਰਾ ਨਹੀਂ ਹੁੰਦਾ। ਕਿਹੜਾ ਪਿਤਾ ਹੈ, ਕਿਹੜਾ ਬਾਪ ਹੈ? ਸਾਰੀ ਉਮਰ ਖੱਟੀਆਂ ਖੱਟਦਾ ਰਹਿੰਦਾ ਹੈ, ਕਾਹਦੇ ਵਾਸਤੇ? ਆਪਣੀ ਪਤਨੀ ਲਈ, ਆਪਣੇ ਪੁੱਤਰਾਂ ਵਾਸਤੇ, ਆਪਣੇ ਬੱਚਿਆਂ ਵਾਸਤੇ। ਝੋਲੀ ਵਿੱਚ ਵੱਢੇ ਜਾਣ, ਕੁੱਟੇ ਜਾਣ, ਕੱਟੇ ਜਾਣ, ਪੀੜਾ ਨਹੀਂ ਹੁੰਦੀ? ਪੀੜਾ ਤਾਂ ਹੁੰਦੀ ਹੈ ਨਾ, ਪਰ ਬੰਧਨ ਕੱਟੇ ਹੋਏ ਸਨ, ਇਸ ਲਈ ਪੀੜਾ ਹੋਣ ਦੇ ਬਾਵਜੂਦ ਪੀੜਾ ਨਹੀਂ ਹੋਈ ਹੈ। ਤੇ ਫਿਰ ਆਖਿਆ ਮਾਣਯੋਗ ਜੀ ਨੇ, ਕਹਿੰਦੇ ਨੇ ਇਹ ਕੋਈ ਮਾਧੋ ਦਾਸ ਬੈਰਾਗੀ ਥੋੜਾ ਸਰਹੰਦ ਫਤਿਹ ਕਰ ਸਕਦਾ ਸੀ। ਇਹ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ, ਜਿਨ੍ਹਾਂ ਨੇ ਮਾਧੋ ਦਾਸ ਨੂੰ ਬੰਦਾ ਸਿੰਘ ਬਣਾ ਦਿੱਤਾ। ਔਰ ਫਰਕਸੀਅਰ ਇਹ ਝੰਡੇ ਮੇਰੇ ਨਹੀਂ ਝੁਲਦੇ ਸਨ, ਇਹ ਝੰਡੇ ਚਲਾਉਣ ਵਾਲਾ ਗੁਰੂ ਕਲਗੀਧਰ ਪਾਤਸ਼ਾਹ ਤੇ ਉਹਦਾ ਪੰਥ। ਇਹ ਵਿਆਹ ਮੇਰੇ ਹੋਏ ਤੇ ਪੁੱਤਰ ਮੇਰੇ ਘਰ ਵਿੱਚ ਆਇਆ, ਇਹ ਦਾਤਾਂ ਗੁਰੂ ਦੀਆਂ ਦਾਤਾਂ। ਤੇ ਜਿਸ ਨੇ ਦਿੱਤੀਆਂ ਸੀ ਨਾ, ਜਦੋਂ ਮੈਨੂੰ ਮਿਲੀਆਂ ਸੀ ਮੈਂ ਉਦੋਂ ਵੀ ਯਾਦ ਰੱਖਿਆ, ਤੇ ਜਦੋਂ ਚਲੀਆਂ ਗਈਆਂ ਹੁਣ ਅੱਜ ਵੀ ਮੈਨੂੰ ਯਾਦ ਹੈਗੀਆਂ। ਆਪੇ ਹੀ ਕਰਨਾ ਕੀਓ, ਪੌੜੀ ਪੜ੍ਹ ਲਈਏ ਆਪਾਂ, ਸਮਾਪਤੀ ਕਰੀਏ। ਆਪੇ ਹੀ ਕਰਨਾ ਕੀਓ, ਬੋਲੋ ਸਾਰੇ ਕਲੇ ਆਪੇ ਹੀ ਤੈਂ ਤਹਾਰੀਐ, ਦੇਖੇ ਕੀਤਾ ਆਪਣਾ ਧਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚੱਲ ਸੀ, ਆਖੋ ਸਾਰੇ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਇਹ ਕੌਣ ਆਖੇਗਾ ਭਲਾ? ਜਿਹੜਾ ਗੁਰੂ का ਸਿੱਖ ਬਣਿਆ ਹੈ। ਗੁਰੂ ਬੰਧਨ ਕੱਟ ਦਿੰਦਾ ਹੈ। ਔਰ ਫਰਕਸੀਅਰ ਵਾਲੇ ਵਰਗੇ ਸੁਣ ਕੇ ਫਿਰ ਆਖਦੇ ਨੇ ਸੁਭਾਨ ਅੱਲਾ, ਸੁਭਾਨ ਅੱਲਾ। ਸਤਿਗੁਰੂ ਮਹਾਰਾਜ ਅੱਜ ਫਰਮਾ ਰਹੇ ਨੇ, ਕੀ ਆਖਦੇ ਨੇ ਜੀ? ਕਰਮ ਕਰਹਿ ਗੁਰ ਸ਼ਬਦ ਨਾ ਪਛਾਣ ਹੈ, ਮਾਰ ਜਨਮ ਹੈ ਵਾਰੋ ਵਾਰਾ। ਮੱਥਾ ਟੇਕੀ ਜਾਣਗੇ, ਪਕਰਮਾ ਕਰੀ ਜਾਣਗੇ, ਕੜਾ ਪ੍ਰਸ਼ਾਦ ਤਿਆਰ ਕਰੀ ਜਾਣਗੇ, ਛਕੀ ਛਕਾਈ ਜਾਣਗੇ, ਲੰਗਰ ਛਕਾਈ ਜਾਣਗੇ, ਸਾਰਾ ਕੁਝ ਕਰੀ ਜਾਣਗੇ, ਕਰਮ ਕਰੇ, ਪਰ ਸ਼ਬਦ ਨਾ ਪਛਾਣੇ। ਜੇ ਗੁਰੂ ਸ਼ਬਦ ਦੀ ਪਛਾਣ ਨਹੀਂ ਕਰਦੇ, ਗੁਰੂ ਸਾਹਿਬ ਨੇ ਆਖਿਆ ਕੀ ਹੈ? ਯਾਰ ਨਿਰਾ ਮੱਥੇ ਟੇਕਣ ਵਾਲਾ ਸਿੱਖ ਹੁੰਦਾ ਹੈ, ਕੜਾ ਪ੍ਰਸ਼ਾਦ ਛਕੀ ਛਕਾਈ ਜਾਣ ਵਾਲਾ, ਲੰਗਰ ਕਰਨ ਵਾਲਾ ਸਿੱਖ ਹੁੰਦਾ ਹੈ ਕਿ ਗੁਰੂ ਦਾ ਹੁਕਮ ਮੰਨਣ ਵਾਲਾ ਸਿੱਖ ਹੁੰਦਾ ਹੈ? ਹਾਂਜੀ, ਹੁਣ ਧਿਆਨ ਕਰਨਾ। ਜੇ ਅਸੀਂ ਇਹ ਕਰਮ ਪਹਿਲਾਂ ਲਾ ਲੈਨੇ ਆ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮਰ ਜੰਮੇ ਜਨਮੇ ਵਾਰੋ ਵਾਰਾ। ਤੇ ਜੇ ਪਹਿਲੀ ਗੱਲ ਨੂੰ ਪਹਿਲਾਂ ਰੱਖ ਲੈਨੇ ਆ, ਗੁਰੂ ਸ਼ਬਦ ਨੂੰ ਮੰਨ ਲੈਂਦੇ ਆ, ਫਿਰ ਅਸੀਂ ਮੱਥਾ ਨਹੀਂ ਟੇਕਣਾ ਹੁੰਦਾ। ਨਮਸਕਾਰ ਤਾਂਕੋ ਲੱਖ ਵਾਰ। ਤੇ ਹਜ਼ੂਰ ਨੇ ਸੱਚੇ ਪਾਤਸ਼ਾਹ ਨੇ ਸਮਝਾਉਂਦਿਆਂ ਹੋਇਆਂ ਆਖਿਆ ਕੀ ਜੀ? ਹਾਂ ਮੇਰਾ ਜਗ ਪਲਚ ਰਹਿਆ ਭਾਈ, ਕੋਏ ਨਾ ਕਿਸਹੀ ਕੇਰਾ। ਦੇ ਵਿੱਚ ਮੇਰਾ ਮੇਰਾ ਕਹਿੰਦਿਆਂ ਹੋਇਆਂ ਮਨੁੱਖ ਸਾਰੇ ਹੀ ਨਾ ਦੁਖੀ ਹੁੰਦੇ ਰਹਿੰਦੇ ਨੇ, ਪਰੇਸ਼ਾਨ ਹੁੰਦੇ ਰਹਿੰਦੇ ਨੇ, ਪਰ ਸੱਚ ਇਹ ਹੈ ਕਿ ਕੋਈ ਨਾ ਕਿਸੇ ਹੀ ਘੇਰਾ, ਕੋਈ ਕਿਸੇ ਦਾ ਨਹੀਂ। ਹਾਂਜੀ, ਗੁਰਮੁਖ ਮਹਿਲ ਪਾਇਨ ਗੁਣ ਗਾਵਣ, ਨਿਜ ਕਰ ਹੋਏ ਬਸੇਰਾ। ਜਿਹੜੇ ਗੁਰਮਤਿ ਅਨੁਸਾਰ ਚੱਲਦੇ ਨੇ, ਮਹਿਲ ਪਾਇਨ ਗੁਣ ਗਾਵਣ, ਉਹ ਗੁਣ ਗਾਉਂਦੇ ਨੇ, ਟਿਕਾਣਾ ਪ੍ਰਾਪਤ ਕਰਦੇ ਨੇ। ਹਾਂਜੀ, ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਤੇ ਆਪਣੀ ਆਤਮਕ ਅਵਸਥਾ ਵਿੱਚ, ਸਹਿਜ ਅਵਸਥਾ ਵਿੱਚ ਸਦਾ ਟਿਕੇ ਰਹਿੰਦੇ ਨੇ ਜੀ। ਐਥੈ ਬੂਝੈ ਸੋ ਆਪ ਪਛਾਣੈ,
ਹਰ ਪ੍ਰਭ ਹੈ ਤਿਸ ਕੇਰਾ। ਉਹ ਆਪੇ ਨੂੰ ਜਾਣਦੇ ਨੇ, ਪਛਾਣਦੇ ਨੇ। ਹਰ ਪ੍ਰਭ ਹੈ ਤਿਸ ਕੇਰਾ, ਹਰੀ ਪ੍ਰਭੂ ਉਹਦਾ ਧਿਆਨ ਰੱਖਦਾ ਹੈ ਜਿਹੜੇ ਉਸ ਦੀ ਆਗਿਆ ਨੂੰ ਮੰਨ ਕੇ ਚੱਲਦੇ ਹਨ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਸਤਿਗੁਰੂ ਜੀ ਕਹਿੰਦੇ ਨੇ ਗੁਰੂ ਪਰਮੇਸ਼ਰ ਹਮੇਸ਼ਾ ਦਇਆਲੂ ਹੈ। ਗੁਰੂ ਪਰਮੇਸ਼ਰ ਸਾਰਿਆਂ ਨੂੰ ਸਿੱਖਿਆ ਦਿੰਦਾ, ਸਾਰਿਆਂ ਨੂੰ ਸੋਝੀ ਦਿੰਦਾ ਹੈ। ਸੋ ਸਿੱਖ ਸਖਾ ਬੰਧਪ ਹੈ ਪਾਈ, ਜੋ ਮਰਜ਼ੀ ਬਣ ਜਾ ਪਰ ਬਣ ਤਾਂ ਜਾ ਨਾ। ਉਪਦੇਸ਼ ਸਾਰਿਆਂ ਦਾ ਲਈ ਸਾਂਝਾ ਜੀ। ਏਕ ਨਦਰ ਕਰ ਵੇਖੈ ਸਭ ਉਪਰ, ਜੇਹਾ ਭਾਉ ਤੇਹਾ ਫਲ ਪਾਈਐ। ਸਤਿਗੁਰੂ ਸਮਦ੍ਰਿਸ਼ਟਾ ਨੇ, ਸਾਰਿਆਂ ਨਾਲ ਪਿਆਰ ਕਰਦੇ ਨੇ, ਸਾਰਿਆਂ ਨੂੰ ਇੱਕ ਸਮਾਨ ਉਪਦੇਸ਼ ਕਰਦੇ ਨੇ, ਦਿੰਦੇ ਨੇ, ਔਰ ਸਾਰਿਆਂ ਨੂੰ ਬਰਾਬਰ ਵਡਿਆਈ ਦਿੰਦੇ ਨੇ। ਲੇਕਿਨ ਜਿਹਾ ਭਾਉ ਤੇ ਆ ਫਲ ਪਾਈਐ, ਜਿਵੇਂ ਕੋਈ ਭਾਵਨਾ ਕਰਕੇ ਫਿਰ ਚੱਲਦਾ ਹੈ, ਮੰਨਦਾ ਹੈ, ਉਹ ਜਿਹਾ ਫਲ ਪ੍ਰਾਪਤ ਕਰਦਾ ਹੈ ਜੀ। ਨਾਨਕ ਨਾਮ ਵਸੈ ਮਨ ਅੰਤਰ, ਵਿੱਚੋਂ ਆਪ ਗਵਾਈਐ। ਸਤਿਗੁਰਾਂ ਨੇ ਆਖਿਆ ਜਿਹੜੇ ਗੁਰੂ ਨੂੰ ਮਿਲਦੇ ਨੇ ਤੇ ਆਪਾ ਗਵਾ ਕੇ ਮਿਲਦੇ ਨੇ, ਨਾਮ ਵਸੈ ਮਨ ਅੰਤਰ, ਉਹਨਾਂ ਦੇ ਹਿਰਦੇ ਵਿੱਚ ਗੁਰੂ ਉਪਦੇਸ਼, ਗੁਰੂ ਪਰਮੇਸ਼ਰ ਦਾ ਉਪਦੇਸ਼ ਵਸ ਜਾਂਦਾ ਹੈ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ, ਸਤਿਗੁਰਾਂ ਨੇ ਆਖਿਆ, ਇੱਕ ਵਾਰ ਦੁਹਰਾਈਏ, ਆਪਾਂ ਸਮਾਪਤੀ ਕਰੀਏ। ਦਾਸ ਸੁਹੇਲੇ ਭਾਈ ਹਰ ਕੇ ਦਾਸ, ਸੁਹੇਲੇ ਭਾਈ ਦਾਸ ਸੁਹੇਲੇ ਪਾਈ, ਹਰ ਕੇ ਦਾਸ ਸੁਹੇਲੇ ਪਾਈ। ਹਰ ਕੇ ਦਾਸ ਸੁਹੇਲੇ ਭਾਈ, ਹਰ ਕੇ ਦਾਸ ਸੁਹੇਲੇ ਭਾਈ, ਹਰ ਕੇ ਦਾਸ ਸੁਹੇਲੇ ਪਾਈ। ਸੁਹੇਲੇ ਤੋਂ ਭਾਵ ਹੈ ਸੁਖੀ, ਔਰ ਆਪੇ ਮੇਲ ਮਿਲਾਈ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮੇਸ਼ਰ ਸੁਖੀ ਨਹੀਂ ਕਰਦਾ, ਆਪਣੇ ਵਰਗਾ ਬਣਾ ਲੈਂਦਾ ਹੈ। ਮੈਂ ਕਾਮਨਾ ਕਰਦਾ ਐਸਾ ਹੋ ਜਾਏ, ਸਾਡਾ ਸਭਨਾਂ ਦਾ, ਗੁਰੂ ਕੇ ਕਹਾਉਣ ਵਾਲਿਆਂ ਦਾ ਜੀਵਨ ਸੁਖੀ ਹੋ ਜਾਏ। ਇਹਨੀ ਸੇਵਾ ਪ੍ਰਵਾਨ ਕਰਿਓ ਜੇ ਸਮਾਂ ਹੋ ਚੁੱਕਾ ਹੈ। ਜੁੜ ਬੈਠਿਆ ਹੋਇਆ ਕੋਈ ਸ਼ਬਦ ਅੱਖਰ ਅਸਤ ਵਿਅਸਤ ਹੋ ਗਿਆ ਹੋਵੇ, ਗੁਰੂ ਰੂਪ ਸੰਗਤਾਂ ਦੇ ਪਾਸੋਂ ਹੱਥ ਜੋੜ ਕੇ ਖਿਮਾ ਮੰਗਦਾ। ਪ੍ਰਬੰਧ ਦਾ, ਮਾਣਯੋਗ ਗਿਆਨੀ ਸਾਹਿਬਾਨ ਦਾ, ਆਪਣੇ ਸਾਥੀ ਵੀਰ ਗਿਆਨੀ ਗੁਲਵਿੰਦਰ ਸਿੰਘ ਹੋਰਾਂ ਦਾ, ਆਪ ਗੁਰੂ ਰੂਪ ਸੰਗਤਾਂ ਦਾ ਫਿਰ ਹਾਰਦਿਕ ਤੌਰ ਤੇ ਧੰਨਵਾਦ। ਨਵੇਂ ਮੈਨੇਜਰ ਆਏ ਨੇ, ਮੈਂ ਜੀ ਆਇਆਂ ਕਹਿੰਦਾ। ਸਾਡੇ ਸਕੱਤਰ ਸ਼੍ਰੋਮਣੀ ਕਮੇਟੀ ਦੇ ਨਵੇਂ ਆਏ ਨੇ, ਇਸ ਇਲਾਕੇ ਨਾਲ ਖਾਸ ਪਿਆਰ ਕਰਦੇ ਨੇ, ਮੈਂ ਜੀ ਆਇਆਂ ਕਹਿੰਦਾ। ਸਤਿਗੁਰੂ ਸਭਨਾਂ ਨੂੰ ਬਲ ਬਖਸ਼ਣ, ਸੇਵਾ ਦਾ, ਗੁਰੂ ਪੰਥ ਦਾ ਮਾਣ ਬਖਸ਼ਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜਿਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਇ ਨ ਜਾਣੈ, ਤੁਮਰਾ ਅੰਤ ਉਚਤੇ ਊਚ। ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਾਈਨ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ।
ਅਰਜਨ ਹਰ ਗੋਬਿੰਦਨੋ ਸਿਮਰਨ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਜਿਸ ਡਿਠੇ ਸਭ ਦੁਖ ਜਾਏ।